ਜਦੋਂ ਤੁਸੀਂ ਐਸ ਕਬਰਾਂ ਨੂੰ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ ਇੰਜ ਲੱਗੇਗਾ ਜਿਵੇਂ ਸ਼ਤਰੰਜ ਦਾ ਜਿਹੜਾ ਰਾਜਾ ਹੈ ਉਹ ਰਾਜਾ ਖੜਾ ਹੋਵੇ। ਜਿਹੜੇ ਲੋਕ ਸ਼ਤਰੰਜ ਖੇਡਦੇ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ। ਉਸ ਤੋਂ ਬਾਅਦ ਤੁਸੀਂ ਅਗਲੀ ਇਵੇਂ ਦੇਖਦੇ ਹੋ, ਇਹ ਇੰਜ ਲੱਗ ਰਿਹਾ ਜਿਵੇਂ ਸ਼ਤਰੰਜ ਦੀ ਰਾਣੀ ਹੋਵੇ। ਆਹ ਜਿਹੜੀਆਂ ਤੁਸੀਂ ਵਿਚਕਾਰ ਦੇਖ ਰਹੇ ਹੋ, ਇੰਜ ਲੱਗਦਾ ਹੈ ਵੀ ਇਹ ਜਿਵੇਂ ਸ਼ਤਰੰਜ ਦੇ ਪਿਆਦੇ ਹੋਣ। ਸਾਡੇ ਭਾਈ ਸਾਹਿਬ ਜਿਹੜੇ ਸ਼ਮਸ਼ਾਨ ਘਾਟ ਪਹੁੰਚਦੇ ਆ, ਸੰਸਕਾਰ ਕਰਨ ਜਾਂਦੇ ਅਸੀਂ, ਤੇ ਉੱਥੇ ਗ੍ਰੰਥੀ ਸਿੰਘ ਦੇ ਵੱਲੋਂ ਅਰਦਾਸ ਕੀਤੀ ਜਾਂਦੀ ਹੈ। ਉਸ ਤੋਂ ਬਾਅਦ 16 ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਤੇ ਜਿਹੜੇ ਈਸਾਈ ਪਾਦਰੀ ਹੁੰਦੇ ਨੇ ਉਹ ਕਬਰਸਤਾਨ ਦੇ ਵਿੱਚ ਕਬਰ ਦੇ ਵਿੱਚ ਦਬਾਉਣ ਤੋਂ ਬਾਅਦ ਇਨਸਾਨ ਨੂੰ ਉਹ ਕਬਰਸਤਾਨ ਦੇ ਵਿੱਚ ਖੜ ਕੇ ਹੀ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਨੇ, ਗੌਡ ਦੇ ਅੱਗੇ। ਸੋ ਇਹ ਉਹ ਸਥਾਨ ਹੈ ਜਿੱਥੇ ਖੜ ਕੇ ਜਿਹੜੇ ਉਸ ਸਮੇਂ ਦਾ ਪਾਦਰੀ ਹੋਏਗਾ ਉਹ ਇਸ ਸਥਾਨ ਦੇ ਉੱਤੇ ਖੜ ਕੇ ਪ੍ਰਾਰਥਨਾ ਕਰਦਾ ਹੋਏਗਾ। ਇੱਥੋਂ ਦੇ ਕੁਝ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਹੈ, ਇੱਥੇ ਅਸੀਂ ਆਏ ਤੇ ਲੋਕਲ ਲੋਕਾਂ ਤੋਂ ਪੁੱਛਿਆ, ਉਹਨਾਂ ਨੇ ਕਿਹਾ ਵੀ ਜਿਹੜੇ ਇੱਥੋਂ ਦੇ ਅੰਗਰੇਜ਼ ਸਨ ਉਹ ਸ਼ਤਰੰਜ ਦੇ ਬੜੇ ਵੱਡੇ ਖਿਡਾਰੀ ਹੁੰਦੇ ਸੀ ਤੇ ਜਿੰਨੇ ਵੀ ਇਹ ਆਫੀਸਰ ਨੇ ਇਹਨਾਂ ਵਿੱਚ ਬਹੁਤੇ ਸ਼ਤਰੰਜ ਨੂੰ ਪਿਆਰ ਕਰਦੇ ਸੀ। ਇਸ ਕਰਕੇ ਸ਼ਤਰੰਜ ਦੇ ਪਿਆਰ ਨੂੰ ਦਰਸਾਉਣ ਦੇ ਲਈ ਉਹਨਾਂ ਦੀਆਂ ਕਬਰਾਂ ਸੀ ਜਿਹੜੀਆਂ, ਉਹਦੇ ਉੱਤੇ ਸ਼ਤਰੰਜ ਦੇ ਹੀ ਨਿਸ਼ਾਨ ਸਨ ਜਿਹੜੇ ਉਹ ਬਣਾਏ ਗਏ। ਉੱਦਾਂ ਦੀਆਂ ਕਬਰਾਂ ਦੇ ਉੱਪਰ ਜਿਹੜਾ ਸੀ ਉਹ ਆਕ੍ਰਿਤੀਆਂ ਬਣਾਈਆਂ ਗਈਆਂ। ਇਹ ਜਿਹੜੀ ਹੈ 1842 ਦੇ ਵਿੱਚ 1 ਨਵੰਬਰ 1842 ਨੂੰ ਇਹਦੀ ਮੌਤ ਹੋਈ। ਸੋ 26 ਸਾਲ ਜਿਹੜੀ ਹੈ ਇਹਦੇ ਉੱਤੇ ਉਮਰ ਲਿਖੀ ਗਈ ਹੈ। ਔਰ ਇਹ ਜਿਹੜੀ ਕਬਰ ਹੈ ਇਹ ਇਹਨਾਂ ਦੇ ਭਰਾ ਸੀ, ਆਫੀਸਰ ਸੀ, ਉਹ ਵੀ ਉੱਤੇ ਲਿਖਿਆ ਹੋਇਆ ਤੁਸੀਂ ਦੇਖੋ। ਆ ਵੇਖ, ਇਹ ਟੰਬ ਵਾਜ਼ ਰੇਟਡ ਬਾਈ ਹਿਜ਼ ਬ੍ਰਦਰਸ ਆਫੀਸਰ ਐਜ਼ ਏ ਟੋਕਨ ਆਫ देयर ਅਸਟੀਮ। ਭਾਵ ਕਿ ਇਹ ਉਹਦਾ ਇੱਕ ਅਫਸਰ ਸੀ, ਭਰਾ, ਉਹਦੇ ਭਰਾ ਦੇ ਵੱਲੋਂ ਤੇ ਉਹਨਾਂ ਦੇ ਆਫੀਸਰਸ ਦੇ ਵੱਲੋਂ ਜਿਹੜੀ ਇਹ ਕਬਰ ਹੈ ਇਹ ਬਣਾਈ ਗਈ ਹੈ। ਦੱਸਣ ਵਾਲੇ ਦੱਸਦੇ ਨੇ ਵੀ ਇੱਥੇ ਇਹ ਕੱਲਾ ਕੇਵਲ ਇਹ ਹੁਣ ਨਿਸ਼ਾਨੀ ਬਚੀ ਹੈ। ਬਹੁਤ ਵੱਡਾ ਚਰਚ ਹੋਇਆ ਕਰਦਾ ਸੀ ਅੰਗਰੇਜ਼ਾਂ ਦਾ। ਬਾਅਦ ਵਿੱਚ ਅੰਗਰੇਜ਼ਾਂ ਨੇ ਆਪ ਹੀ ਆਪਣੇ ਹੱਥੀਂ ਬਣਾਇਆ ਤੇ ਆਪਣੇ ਹੱਥੀਂ ਜਿਹੜਾ ਸੀ ਉਹ ਢਾਹ ਦਿੱਤਾ। सत श्री अकाल जी, पंजाब न्यूज़ देख रहे हो तो मैं हाँ सुखबीर सिंह चैना। दर्शकों, असी इस समय हरियाणे दे विच ते इस समय असी हरियाणे दे विच करनाल दे विच हाँ ते अज तुहानू तुसी देख रहे होवोगे मैं बिल्कुल एक सुनसान जंगल वर्गी थां दे उत्ते खड़ा होया जानोगे, तुसी हैरान रह जाओगे। और तुसी देख रहे हो मेरे सामने ਜਿਹੜਾ ਹੈ ਇੱਕ ਬਹੁਤ ਵੱਡੀ, ਜਿਹਨੂੰ ਪੰਜਾਬ ਵਿੱਚ ਆਪਾਂ ਘੰਟਾ ਘਰ ਟਾਈਪ ਕਹਿੰਦੇ ਆ, ਇਦਾਂ ਦੀ ਇੱਕ ਇਮਾਰਤ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ। ਇਹ ਇਮਾਰਤ ਕੀ ਹੈ? ਤੇ ਦੂਜੇ ਪਾਸੇ ਆ ਤੁਸੀਂ ਦੇਖ ਰਹੇ ਹੋਵੋਗੇ ਕੁਝ ਇਦਾਂ ਦੀਆਂ ਇਮਾਰਤਾਂ, ਕੁਝ ਚੀਜ਼ਾਂ ਇੱਕ ਆਕ੍ਰਿਤੀਆਂ ਬਣੀਆਂ ਹੋਈਆਂ ਨੇ। ਇਹ ਆਕ੍ਰਿਤੀਆਂ ਕੀ ਨੇ? ਪਹਿਲੀ ਵਾਰ ਦੇਖਣ ਤੋਂ ਇਹ ਲੱਗਦਾ ਜਿਵੇਂ ਇਹ ਚੈਸ ਦੇ ਜਿਹੜੇ ਖਿਡਾਰੀ ਹੁੰਦੇ ਨੇ, ਸ਼ਤਰੰਜ ਦੇ ਮੋਹਰੇ ਹੁੰਦੇ ਨੇ, ਸ਼ਤਰੰਜ ਦੇ ਮੋਹਰਿਆਂ ਵਰਗੀਆਂ ਨੇ ਇਹ। ਸੋ ਇਹ ਸਭ ਕੁਝ ਕੀ ਹੈ ਅੱਡ ਤੁਹਾਨੂੰ ਦਿਖਾਉਣਾ ਹੈ ਤੇ ਆਓ ਆਪਾਂ ਸਾਰੀ ਹਿਸਟਰੀ ਜਾਣਦੇ ਹਾਂ। ਜੇ ਆਪਾਂ ਇੱਥੋਂ ਦੀ ਇਤਿਹਾਸ ਦੀ ਹਿਸਟਰੀ ਦੀ ਗੱਲ ਕਰੀਏ ਤੇ 1947 ਤੱਕ ਅੰਗਰੇਜ਼ ਭਾਰਤ ਵਿੱਚ ਰਹੇ ਔਰ ਲਗਭਗ 200 ਸਾਲ ਤੱਕ ਉਹਨਾਂ ਨੇ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ। पर हाँ, ਜਿਹੜੀ ਪੰਜਾਬ ਦੀ ਧਰਤੀ ਹੈ ਕੇਵਲ ਇੱਕੋ ਧਰਤੀ ਸੀ ਪੰਜਾਬ ਦੀ ਜਿੱਥੇ ਕੇਵਲ ਅੰਗਰੇਜ਼ 100 ਸਾਲ ਤੱਕ ਹੀ ਟਿਕ ਪਾਏ। ਜਿਹੜੀ ਆਹ ਧਰਤੀ ਸੀ ਇਹ ਵੀ ਉਸ ਸਮੇਂ ਇਹ ਕਹਿ ਲਓ ਵੀ ਅੰਗਰੇਜ਼ਾਂ ਦੇ ਕਬਜ਼ੇ ਦੇ ਅਧੀਨ ਸੀ। ਸੋ ਗੱਲ ਕਰਦੇ ਹਾਂ ਇੱਥੋਂ ਦੇ ਇਤਿਹਾਸ ਦੀ ਜੀ। 1843 ਦੇ ਵਿੱਚ ਇਸ करनाल की धरती के उपर जां पूरे ही इधर उत्तरी भारत के बहुत सारे इलाकों के विच मलेरिए की भयानक महामारी फैलती है
ਅੱਜ ਭਾਵੇਂ ਜਿਹੜਾ ਮਲੇਰੀਆ ਸਾਨੂੰ ਨਾਰਮਲ ਲੱਗਦਾ ਹੈ, ਪਰ ਇੱਕ ਸਮਾਂ ਐਸਾ ਸੀ ਜਦੋਂ ਮਲੇਰੀਏ ਨੂੰ ਮਹਾ ਭਿਆਨਕ ਬਿਮਾਰੀ ਮੰਨਿਆ ਜਾਂਦਾ ਸੀ ਔਰ ਇਹਦੇ ਨਾਲ ਲੋਕ ਮੌਤ ਤੱਕ ਪਹੁੰਚ ਜਾਂਦੇ ਸੀ। 1843 ਦੇ ਵਿੱਚ ਮਲੇਰੀਏ ਦੀ ਭਿਆਨਕ ਬਿਮਾਰੀ ਫੈਲਦੀ ਹੈ, ਜਿੱਥੇ ਹਜ਼ਾਰਾਂ ਆਮ ਲੋਕ ਮਾਰੇ ਜਾਂਦੇ ਆ। ਉੱਥੇ ਅੰਗਰੇਜ਼ ਆਫੀਸਰ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਬੱਚਿਆਂ ਤੱਕ ਵੀ ਇਹ ਬਿਮਾਰੀ ਪਹੁੰਚਦੀ ਹੈ ਔਰ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ, ਮੌਤ ਤੱਕ ਚਲੇ ਜਾਂਦੇ ਨੇ। ਸੋ ਆਹ ਜਿਹੜੀ ਥਾਂ ਹੈ, ਇਸ ਇਲਾਕੇ ਵਿੱਚ ਬੜੇ ਵੱਡੇ ਜਿਹੜੇ ਅੰਗਰੇਜ਼ ਅਫਸਰ ਸੀ ਉਹ ਰਹਿੰਦੇ ਸੀ। ਉਹ ਆਪਣੇ ਪਰਿਵਾਰਾਂ ਦੇ ਨਾਲ ਨਿਵਾਸ ਕਰਦੇ ਸੀ ਔਰ ਲਗਭਗ 500 ਦੇ ਕਰੀਬ ਅੰਗਰੇਜ਼ ਅਫਸਰ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਬੱਚਿਆਂ ਦੇ ਮੈਂਬਰ 500 ਦੇ ਕਰੀਬ ਮਲੇਰੀਏ ਦੀ ਬਿਮਾਰੀ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਜਿਹੜੀਆਂ ਆ ਤੁਸੀਂ ਕਬਰਾਂ ਦੇਖ ਰਹੇ ਹੋ, ਹੁਣ ਤੁਸੀਂ ਸੋਚੋਗੇ ਵੀ ਕਬਰਾਂ ਦਿਖਾਉਣ ਦਾ ਮਤਲਬ ਕੀ ਹੈ। ਅਸਲ ਵਿੱਚ ਇਹ ਜਿਹੜੀਆਂ ਕਬਰਾਂ ਨੇ ਇਹ ਆਮ ਅੰਗਰੇਜ਼ੀ ਕਬਰਾਂ ਤੋਂ ਬਿਲਕੁਲ ਵਿਲੱਖਣ ਬਣੀਆਂ ਹੋਈਆਂ ਨੇ। ਇਹ ਕਬਰਸਤਾਨ ਸੀ ਜੀ ਅੰਗਰੇਜ਼ਾਂ ਦਾ। ਸੋ ਆਓ ਇਹ ਕਬਰਸਤਾਨ ਵਿਲੱਖਣ ਕਿਵੇਂ ਹੈ, ਇਹਦੇ ਵਿੱਚੋਂ ਕੋਈ ਨਵੀਂ ਚੀਜ਼ ਸਾਨੂੰ ਕੀ ਮਿਲਦੀ ਹੈ, ਸਭ ਕੁਝ ਆਪਾਂ ਤੁਹਾਨੂੰ ਦਿਖਾਉਣੇ ਆ। ਇੱਥੇ ਗਿਰਜਾ ਘਰ ਹੈ, ਇੱਕ ਗਿਰਜਾ ਘਰ ਹੁੰਦਾ ਸੀ ਜਿਹੜਾ ਬਾਅਦ ਵਿੱਚ ਅੰਗਰੇਜ਼ਾਂ ਨੇ ਖੁਦ ਹੀ ਢਾਹ ਦਿੱਤਾ। ਅੱਜ ਕੇਵਲ ਉਹਦੀ ਇੱਕ ਨਿਸ਼ਾਨੀ ਉਹਦੇ ਵਜੋਂ ਇੱਕ ਚਬੂਤਰਾ ਬਹੁਤ ਵੱਡਾ ਘੰਟਾ ਘਰ ਨੂੰਮਾ, ਉਹ ਵੀ ਤੁਹਾਨੂੰ ਦਿਖਾਵਾਂਗੇ। ਆਓ ਸਾਰੀ ਗੱਲਬਾਤ ਕਰਦੇ ਹਾਂ। ਸੋ ਦਰਸ਼ਕੋ, ਆਹ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ, ਇਹ ਹੁਣ ਕੇਵਲ ਇੰਨੀ ਕੁ ਇਮਾਰਤ ਹੈ ਜਿਹੜੀ ਉਹ ਬਾਕੀ ਬਚ ਗਈ ਹੈ, ਪਰ ਇੱਥੇ ਪੂਰਾ ਇੱਕ ਬਹੁਤ ਵੱਡਾ ਅੰਗਰੇਜ਼ਾਂ ਦੇ ਵੱਲੋਂ ਗਿਰਜਾ ਘਰ ਬਣਾਇਆ ਗਿਆ ਸੀ। ਇਹਦੀ ਜੇ ਆਪਾਂ ਇਮਾਰਤ ਸਾਜੀ ਦੀ ਗੱਲ ਕਰੀਏ ਤੇ ਬਹੁਤ ਵਿਲੱਖਣ ਹੈ ਇਸ ਦੀ ਇਮਾਰਤ ਸਾਜੀ। ਇਹ ਬਿਲਕੁਲ ਕਬਰਾਂ ਦੇ ਨਜ਼ਦੀਕ ਬਣਿਆ ਹੋਇਆ ਸੀ ਜੀ। ਕਬਰਾਂ ਬਾਅਦ ਵਿੱਚ ਬਣੀਆਂ ਨੇ, ਗਿਰਜਾ ਘਰ ਬੜਾ ਪੁਰਾਣਾ ਸੀ। ਆਪਾਂ ਗੱਲ ਪਹਿਲਾਂ ਇੱਥੋਂ ਦੇ ਕਬਰਾਂ ਦੀ ਕਰਦੇ ਹਾਂ। ਤੁਸੀਂ ਆਹ ਦੇਖੋ, ਜਦੋਂ ਤੁਸੀਂ ਇਸ ਕਬਰਾਂ ਨੂੰ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ ਇੰਜ ਲੱਗੇਗਾ ਜਿਵੇਂ ਸ਼ਤਰੰਜ ਦਾ ਜਿਹੜਾ ਰਾਜਾ ਹੈ ਉਹ ਰਾਜਾ ਖੜਾ ਹੋਵੇ। ਜਿਹੜੇ ਲੋਕ ਸ਼ਤਰੰਜ ਖੇਡਦੇ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ। ਸ਼ਤਰੰਜ ਦੇ ਵਿੱਚ ਉਹਦੇ ਪਿਆਦੇ ਹੁੰਦੇ ਨੇ ਜੀ, ਮੋਹਰੇ ਹੁੰਦੇ ਨੇ, ਹਾਥੀ ਹੁੰਦਾ ਹੈ, ਘੋੜਾ ਹੁੰਦਾ ਹੈ, ਰਾਜਾ ਹੁੰਦਾ ਹੈ, ਰਾਣੀ ਹੁੰਦੀ ਹੈ। ਤੁਸੀਂ ਇਹਨੂੰ ਧਿਆਨ ਨਾਲ ਦੇਖੋ, ਇਹ ਇੰਜ ਲੱਗ ਰਿਹਾ ਜਿਵੇਂ ਸ਼ਤਰੰਜ ਦਾ ਰਾਜਾ ਹੋਵੇ। ਉਸ ਤੋਂ ਬਾਅਦ ਤੁਸੀਂ ਅਗਲੀ ਇਵੇਂ ਦੇਖਦੇ ਹੋ, ਇਹ ਇੰਜ ਲੱਗ ਰਿਹਾ ਜਿਵੇਂ ਸ਼ਤਰੰਜ ਦੀ ਰਾਣੀ ਹੋਵੇ। ਆਹ ਜਿਹੜੀਆਂ ਤੁਸੀਂ ਵਿਚਕਾਰ ਦੇਖ ਰਹੇ ਹੋ, ਇੰਜ ਲੱਗਦਾ ਹੈ ਵੀ ਇਹ ਜਿਵੇਂ ਸ਼ਤਰੰਜ ਦੇ ਪਿਆਦੇ ਹੋਣ। ਇਹ ਤੁਸੀਂ ਦੇਖੋ ਜੇ ਇਹਨਾਂ ਨੂੰ ਦੇਖੀਏ, ਐਸ ਨੂੰ ਦੇਖੀਏ ਤੇ ਇੰਜ ਲੱਗਦਾ ਜਿਵੇਂ ਇੱਕ ਸ਼ਤਰੰਜ ਦਾ ਹਾਥੀ ਹੋਵੇ। ਸ਼ਤਰੰਜ ਦੇ ਇੱਕ ਮੋਹਰੇ ਹੁੰਦੇ, ਉਹ 'ਚ ਹਾਥੀ ਹੁੰਦਾ। ਇਸੇ ਤਰ੍ਹਾਂ ਦੇ ਨਾਲ ਆਹ ਤੁਸੀਂ ਦੇਖੋ, ਇੰਜ ਲੱਗਦਾ ਵੀ ਸ਼ਤਰੰਜ ਦਾ ਕੋਈ ਪਿਆਦਾ ਹੋਵੇ। ਸ਼ਤਰੰਜ ਦੇ ਪਿਆਦੇ ਦੇ ਵਾਂਗ ਜਿਹੜਾ ਹੈ ਇਹ ਬਣਿਆ ਹੋਇਆ। ਜੇ ਤੁਸੀਂ ਇਧਰਲੇ ਪਾਸੇ ਦੇਖੋ ਧਿਆਨ ਦੇ ਨਾਲ, ਤੁਹਾਨੂੰ ਦਿਖਾਉਣੇ ਆ, ਇਹ ਦੋ ਕਬਰਾਂ ਬਣੀਆਂ ਹੋਈਆਂ ਨੇ। ਇੰਜ ਲੱਗਦਾ ਜਿਵੇਂ ਇਹ ਸ਼ਤਰੰਜ ਦੇ ਹਾਥੀ ਹੋਣ ਜੀ। ਤੋ ਇਹ ਕਬਰਾਂ ਨੇ ਜਿਹੜੀਆਂ, ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਇੱਕ ਛੋਟੀ ਨੀਵੀਂ ਕਬਰ ਬਣੀ ਹੋਈ ਹੈ। ਇਹ ਤੁਸੀਂ ਦੇਖੋ, ਇਹ ਲੱਗ ਰਿਹਾ ਵੀ ਕਿਸੇ ਬੱਚੇ ਦੀ, ਛੋਟੇ ਜਿਹੇ 6 ਮਹੀਨਿਆਂ ਦੇ 8 ਮਹੀਨਿਆਂ ਦੇ ਬੱਚੇ ਦੀ ਕਬਰ ਬਣੀ ਹੋਵੇ ਜਿਵੇਂ। ਸੋ ਇਸੇ ਤਰ੍ਹਾਂ ਦੇ ਨਾਲ ਆਹ ਤੁਸੀਂ ਇਮਾਰਤ ਦੇਖ ਰਹੇ ਹੋ, ਇਹ ਕੋਈ ਕਬਰ ਨਹੀਂ ਹੈ, ਪਰ ਕਬਰਸਤਾਨ ਦੇ ਵਿੱਚ ਜਿਹੜੇ ਅਸਥਾਨ ਦੇ ਉੱਤੇ ਖੜ ਕੇ ਪਾਦਰੀ ਪ੍ਰਾਰਥਨਾ ਕਰਦੇ ਨੇ ਪ੍ਰਮਾਤਮਾ ਦੇ ਅੱਗੇ। ਜਿਵੇਂ ਕਬਰਸਤਾਨ ਦੇ ਵਿੱਚ ਜਦੋਂ ਸਾਡੇ ਭਾਈ ਸਾਹਿਬ ਜਿਹੜੇ ਸ਼ਮਸ਼ਾਨ ਘਾਟ ਪਹੁੰਚਦੇ ਆ, ਸੰਸਕਾਰ ਕਰਨ ਜਾਂਦੇ ਹਾਂ ਅਸੀਂ, ਤੇ ਉੱਥੇ ਗ੍ਰੰਥੀ ਸਿੰਘ ਦੇ ਵੱਲੋਂ ਅਰਦਾਸ ਕੀਤੀ ਜਾਂਦੀ ਹੈ। ਉਸ ਤੋਂ ਬਾਅਦ 16 ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਤੇ ਜਿਹੜੇ ਈਸਾਈ ਪਾਦਰੀ ਹੁੰਦੇ ਨੇ ਉਹ ਕਬਰਸਤਾਨ ਦੇ ਵਿੱਚ ਕਬਰ ਦੇ ਵਿੱਚ ਦਬਾਉਣ ਤੋਂ ਬਾਅਦ ਇਨਸਾਨ ਨੂੰ ਉਹ ਕਬਰਸਤਾਨ ਦੇ ਵਿੱਚ ਖੜ ਕੇ ਹੀ
परमात्मा अगे प्रार्थना करते हैं, गॉड के अगे। सो ये वो स्थान है जिथे खड़ के जिहड़े उस समय का पादरी होएगा वो इस स्थान के उत्ते खड़ के प्रार्थना करता होएगा, परमात्मा अगे अरदास करता होएगा। उस तो बाद तुहानूं एक होर विलक्षण दिखाउणे आ चीज़, आ तुसीं जिहड़ी कबर देख रहे हो ये सब तो अलग कबर है। ये जे तुसीं ध्यान नाल देखो तो आम तौर के उत्ते जिहड़े मुसलमान हुंदे ने, मुसलमानां दे कबरस्तान दे विच इदां दीयां कबरां हुंदियां जिहड़ियां बणीਆਂ हुंदियां ने, पर ये देखिए ध्यान नाल ते कुछ ये विलक्षण तरीके नाल बनी हुई है। जिवें यूरोप दे विच पुराने समय मम्मीज़ बनाई जाती सी, ते मम्मी सी हुंदियां साडियां शरीर नूं पूरे नूं दब दिता जाता सी तबूत विच पा के शरीर नूं, ते उपर तो जिहड़ा सी वो कैमीकल लगा के रखिया जाता सी। इस तरह जे आपां इस कबर नूं ध्यान नाल देखीए तो ये मम्मी टाइप बनी हुई है, जिवें अंग्रेज़ां ने यूरोप दे विच मम्मीज़ बनाईयां हुंदियां ने। सो कहण दा भाव कि ये जितनियां भी इत्थे इमारतां ने वो बड़ियां वक्खरे तरीके दीयां बणीਆਂ होईयां ने, और किते ना किते ये अंग्रेज़ां दी विलक्षण कारागरी जां उन्हां दी विलक्षण सोच दा प्रतीक ने। आपां ये भी कह सकते हैं भी जिहड़े अंग्रेज़ सन वो शतरंज की खेड नूं बड़ा प्यार करते सी, इन्ना प्यार करते सी। हो सकता है इत्थों के कुछ जिहड़े लोकल लोग ने उन्हां दे दस्सण दे मुताबक है इत्थे असीं आए तो लोकल लोगों तो पुछया, उन्होंने कहा भी जिहड़े इत्थों के अंग्रेज़ सन वो शतरंज के बड़े वड्डे खिडारी हुंदे सी, ते जिन्ने भी ये ऑफिसर ने इन्हां विच बहुते शतरंज नूं प्यार करते सी। इस करके शतरंज के प्यार नूं दर्शाउण दे लई उन्हां दीयां कबरां सी जिहड़ियां उहदे उत्ते शतरंज दे ही निशान सन जिहड़े वो बनाए गए, उदां दीयां कबरां दे उपर जिहड़ा सी वो आकृतियां बनाईयां गईयां। पर नाल नाल ये भी है भी जिहड़ियां ये कबरां ने सारियां ये उन्हां दे रैंक दे मुताबक उन्हां दे अहुदियां दे मुताबक बनाईयां गईयां ने। जिवें आपां ये कह सकते हैं भी जिहड़ा आ कबर बनी हुई है ये तुसीं देखो, ये एक शतरंज दे राजे दे वर्गी है। इहदा भाव कि ये जिहड़ा अंग्रेज़ सी ये कोई आम अंग्रेज़ नहीं सी, ये कोई इत्थों दे इलाके दा सब तो वड्डा ऑफिसर सी, सब तो वड्डे ऑफिसर सी। इत्थों दे इलाके दा बादशाह राजा कह लो मन्निया जांदा होएगा। अंग्रेज़ां दे विच गवर्नर हुंदे ने, जरनल हुंदे ने, इदां दी कोई अहुदा पदवी होवेगी। इस करके इहदी कबर जिहड़ी है उपर तो सब तो वड्डी बनाई गई है, एक बादशाह की आकृति बनाई गई उहदे उपर। और उस तो बाद ये तुसीं नाल देखो कबर बनी हुई है, ये राणी वर्गी बनी हुई है। तो इहदा भाव ये किसी वड्डे अफसर की घरवाली होवेगी तां है। उस तो बाद ये हाथी वर्गियां जिहड़ियां ने शतरंज के हाथी ने उन्हां वर्गियां बने कबरां ने, इहदा भाव ये छोटे ऑफिसर होणगे। उस तो बाद देखिए जिहड़ियां ये लग रहा भी जिवें कोई प्यादा होवे, भाव के ये आम अंग्रेज़ सिपाही होवेगा अंग्रेज़ ही, पर यह छोटा अफसर या छोटा सिपाही छोटे रैंक का बंदा होएगा। इस करके इहदी जिहड़ी कबर है उहदे उत्ते प्यादे की जिहड़ी आकृति बनाई गई है। तो आओ तुसीं सामने देख रहे हो, इंज लग रहा है जिवें हाथी है जिहड़ा उदां दी बनाई गई, कुछ वखरा ये भी शतरंज के कोई प्यादियां दी ही जिहड़ी आकृति बनाई गई है। तो ये जिन्नियां कबरां ने तुसीं उस तो बाद तुसीं होर देखो जिहड़ियां आ कबरां ने ये किसी आकृति नहीं बनाई गई इन्हां दे उपर, ये सिंपल कबरां ने जिवें आम हुंदियां। इहदा भाव ये छोटे बच्चों दी कबरां ने, तां उच्चियां नहीं बनाईयां गईयां। ये किसी अंग्रेज़ के बच्चों दियां होणगियां, क्योंकि आ जिहड़ी कबर है ये थोड़ी छोटी बनाई गई है, आ जिहड़ी नाल देखो थोड़ी वड्डी बनाई गई। इहदा भाव ये बनदा भी ये छोटी उम्र के बच्चे दी है और ये वड्डी उम्र के किसी बच्चे दी है। जिहड़ी तुसीं आ कबर देख रहे हो एक शतरंज के किसी प्यादे वर्गी मोहरे वर्गी तो नहीं, पर यह इंज लग रहा देखण तो समझण तो भी ये किसी अंग्रेज़ अफसर के किसी माँ प्यो की उन्होंने किसी बजुर्ग की है, वड्डी बनाई गई है।
ਪਰ ਕਿਸੇ ਅਹੁਦੇ ਤੇ ਨਹੀਂ ਹੋਵੇਗਾ, ਇਸ ਕਰਕੇ ਕੁਛ ਤਰ੍ਹਾਂ ਦਾ ਮੋਹਰੇ ਪਿਆਦਾ ਨਹੀਂ ਬਣਾਇਆ ਗਿਆ, ਕੋਈ ਮੋਹਰਾ ਆਕਿਰਤੀ ਨਹੀਂ ਬਣਾਈ ਗਈ। ਇਹ ਕਿਸੇ ਅੰਗਰੇਜ਼ ਅਫਸਰ ਦੇ ਮਾਂ ਦੀ ਜਾਂ ਪਿਓ ਦੀ ਹੈ, ਉਹ ਕਬਰ ਲੱਗ ਰਹੀ ਹੈ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਕਬਰਾਂ ਨੇ ਜੀ ਉਹ ਇੱਥੇ ਬਣੀਆਂ ਹੋਈਆਂ ਨੇ। ਆ ਜਿਹੜਾ ਕਿਉਂਕਿ ਇਹ ਕਾਫੀ ਵੱਡਾ ਏਰੀਆ ਹੈ ਤੇ ਕਾਫੀ ਵੱਡੇ ਏਰੀਏ ਦੇ ਵਿੱਚ ਇਹ ਪੂਰੇ ਹੀ ਆਸੇ-ਪਾਸੇ ਝਾੜੀਆਂ ਦੇ ਪਿੱਛੇ ਇਹ ਜੰਗਲ ਦੇ ਵਿੱਚ ਪੂਰੀ ਤਰ੍ਹਾਂ ਇਹ ਕਬਰਾਂ ਦੂਰ ਦੂਰ ਤੱਕ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ। ਸੋ ਅਸੀਂ ਤੁਹਾਨੂੰ ਬਹੁਤ ਘੱਟ ਦਿਖਾ ਰਹੇ ਹਾਂ। ਆ ਤੁਸੀਂ ਦੇਖੋ, ਇਹ ਝਾੜੀਆਂ ਦੇ ਪਿੱਛੇ ਨੇ ਕਬਰਾਂ ਬਣੀਆਂ ਹੋਈਆਂ। ਸੋ ਇਹ ਤੁਸੀਂ ਦੇਖੋ ਵੀ ਇਹ ਸਾਰੀਆਂ 1843 ਦੇ ਵਿੱਚ ਜਦੋਂ ਇੱਥੇ ਭਿਆਨਕ ਮਹਾਮਾਰੀ ਫੈਲਦੀ ਆ, ਮਲੇਰੀਆ। ਸੋ ਦਰਸ਼ਕੋ, ਇਸੇ ਤਰ੍ਹਾਂ ਦੇ ਨਾਲ ਇੱਧਰ ਦੂਰ ਤੁਸੀਂ ਇਹ ਦੇਖੋ, ਇਹ ਦੂਰ ਦੂਰ ਤੱਕ ਬਣੀਆਂ ਹੋਈਆਂ ਨੇ ਕਬਰਾਂ ਸਾਰੀਆਂ। ਇਹ ਪੂਰਾ ਜੰਗਲ ਹੈ ਜੀ, ਤੇ ਜੰਗਲ ਦੇ ਵਿੱਚ ਵੀ ਇਹ ਤਾਂ ਕੇਵਲ ਕਿਉਂਕਿ ਅਫਸਰਾਂ ਦੀਆਂ ਨੇ ਜਾਂ ਵੱਡੇ ਲੋਕਾਂ ਦੀਆਂ ਕਬਰਾਂ ਹੋਣਗੀਆਂ, ਇਸ ਕਰਕੇ ਬਿਲਕੁਲ ਇਹ ਰਸਤੇ ਦੇ ਨਜ਼ਦੀਕ ਬਣਾਈਆਂ ਗਈਆਂ ਨੇ। ਪਰ ਇਹ ਦੂਰ ਦੂਰ ਤੱਕ ਜੰਗਲ ਹੈ ਤੇ ਜੰਗਲ ਦੇ ਵਿੱਚ ਇੱਦਾਂ ਦੀਆਂ ਸੈਂਕੜੇ ਕਬਰਾਂ ਨੇ ਜਿਹੜੀਆਂ ਉਹ ਦੂਰ ਦੂਰ ਤੱਕ ਬਣੀਆਂ ਹੋਈਆਂ ਨੇ। ਤੁਹਾਨੂੰ ਇਧਰਲੇ ਪਾਸੇ ਵੀ ਦਿਖਾ ਦਿੰਨੇ ਆ ਕਿ ਆ ਤੁਸੀਂ ਦੇਖੋ, ਆ ਨਜ਼ਰ ਆ ਰਹੀ ਹੈ ਇੱਕ, ਹਨਾ। ਉਸ ਤੋਂ ਬਾਅਦ ਅੱਗੇ ਆ ਦੇਖੋ, ਇੱਕ ਕਬਰ ਹੋਰ ਨਜ਼ਰ ਆ ਰਹੀ ਹੈ ਸਾਨੂੰ। ਸੋ ਇਦਾਂ ਇਹ ਪੂਰੇ ਏਰੀਏ ਦੇ ਵਿੱਚ ਨੇ ਜਿਹੜੀਆਂ ਇਹ ਬਣੀਆਂ ਹੋਈਆਂ ਨੇ। ਇਸੇ ਤਰ੍ਹਾਂ ਜਿਹੜੀ ਆ ਤੁਸੀਂ ਦੇਖੋ, ਇਹ ਜਿਹੜੀ ਹੈ ਇਹਦੇ ਉੱਤੇ ਲਿਖਣ ਦੇ ਮੁਤਾਬਕ ਇਹ ਵੀ ਉਸੇ ਬਿਮਾਰੀ ਦੇ ਨਾਲ ਫੈਲਿਆ ਹੋਇਆ। ਔਰ 41 ਸਾਲ ਹੀ ਜਿਹੜੀ 42 ਸਾਲ ਇਸ ਬੰਦੇ ਦੀ ਜਿਹੜੀ ਉਮਰ ਹੈ ਉਹ ਇਹਦੇ ਉੱਤੇ ਲਿਖੀ ਹੋਈ ਹੈ। ਇਸੇ ਤਰ੍ਹਾਂ ਜਿਹੜੀ ਆ ਤੁਸੀਂ ਦੇਖੋ, ਰਾਜੇ ਦੀ ਤਰ੍ਹਾਂ ਇੱਕ ਕਬਰ ਬਣਾਈ ਗਈ ਹੈ, ਤੁਸੀਂ ਦੇਖ ਰਹੇ ਹੋ। ਇਹ ਵੀ ਕੋਈ ਬਹੁਤ ਵੱਡਾ ਅਫਸਰ ਸੀ, ਆਪਾਂ ਪੜ੍ਹ ਗਏ ਤਾਂ ਯੂਰਪੀਅਨ ਲਾਈਟ ਦੇ ਵਿੱਚ ਬਹੁਤ ਵੱਡਾ ਅਫਸਰ ਰਿਹਾ ਇਹ। FS ਮਗੋਲੋਨਸ ਇੱਦਾਂ ਦਾ ਕੋਈ ਨਾਮ ਹੈ ਇਸ ਦਾ। ਇਹ ਜਿਹੜੀ ਹੈ 1842 ਦੇ ਵਿੱਚ 1 ਨਵੰਬਰ 1842 ਨੂੰ ਇਹਦੀ ਮੌਤ ਹੋਈ। ਸੋ 26 ਸਾਲ ਜਿਹੜੀ ਹੈ ਇਹਦੇ ਉੱਤੇ ਉਮਰ ਲਿਖੀ ਗਈ ਹੈ। ਔਰ ਇਹ ਜਿਹੜੀ ਕਬਰ ਹੈ ਇਹ ਇਹਨਾਂ ਦੇ ਭਰਾ ਸੀ, ਆਫਿਸਰ ਸੀ, ਉਹ ਵੀ ਉੱਤੇ ਲਿਖਿਆ ਹੋਇਆ ਤੁਸੀਂ ਦੇਖੋ। ਆ ਵੇਖ, ਇਹ ਟੰਬ ਵਾਜ਼ ਰੇਟਡ ਬਾਈ ਹਿਜ਼ ਬ੍ਰਦਰਸ ਆਫਿਸਰ ਐਜ਼ ਏ ਲੋਕਨ ਆਫ ਦੇਅਰਸ ਅਸਟੀਮ। ਭਾਵ ਕਿ ਇਹ ਉਹਦਾ ਇੱਕ ਅਫਸਰ ਸੀ, ਭਰਾ, ਉਹਦੇ ਭਰਾ ਦੇ ਵੱਲੋਂ ਤੇ ਉਹਨਾਂ ਦੇ ਆਫਿਸਰਸ ਦੇ ਵੱਲੋਂ ਜਿਹੜੀ ਇਹ ਕਬਰ ਹੈ ਇਹ ਬਣਾਈ ਗਈ ਹੈ। ਸੋ ਇਦਾਂ ਕਹਿਣ ਦਾ ਭਾਵ ਕਿ ਕੋਈ ਬਹੁਤ ਵੱਡਾ ਆਫਿਸਰ ਸੀ, ਉਹਦੀ ਕਬਰ ਇਦਾਂ ਉੱਚੀ ਬਣਾਈ ਗਈ ਹੈ। ਤੇ ਜਿਵੇਂ ਜਿਵੇਂ ਰੈਂਕ ਦੇ ਹਿਸਾਬ ਦੇ ਨਾਲ ਕਬਰਾਂ ਨੇ ਜਿਹੜੀਆਂ, ਜਿਵੇਂ ਜਿਵੇਂ ਕੋਈ ਫੌਜ ਦੇ ਵਿੱਚ ਰੈਂਕ ਸੀ, ਸਿਵਲ ਲਾਈਨਸ ਦੇ ਵਿੱਚ ਰੈਂਕ ਸੀ, ਉਹਨਾਂ ਰੈਂਕ ਦੇ ਹਿਸਾਬ ਦੇ ਨਾਲ ਜਿਹੜੀਆਂ ਨੇ ਇਹ ਕਬਰਾਂ ਬਣਾਈਆਂ ਗਈਆਂ ਨੇ। ਸੋ ਦਰਸ਼ਕੋ, ਆਹ ਕਬਰ ਆ ਨਾ, ਇਸ ਕਬਰ ਵਿੱਚ ਬੜੀ ਵਿਲੱਖਣਤਾ ਹੈ। ਤੁਸੀਂ ਸੋਚੋਗੇ ਵੀ ਹੁਣ ਕਬਰਾਂ ਵਿੱਚੋਂ ਵਿਲੱਖਣਤਾ ਭੁੱਲਣ ਲੱਗ ਪਏ ਨੇ, ਪਰ ਕੁਝ ਚੀਜ਼ਾਂ ਸਮਝਣੀਆਂ ਪੈਂਦੀਆਂ ਨੇ। ਆ ਜਿਹੜੀ ਕਬਰ ਹੈ ਇਹ ਕੇਵਲ 1 ਸਾਲ ਤੇ 10 ਦਿਨ ਦੇ ਬੱਚੇ ਦੀ ਹੈ। ਪਰ ਸੋਚਣ ਵਾਲੀ ਗੱਲ ਇਹ ਆ ਵੀ ਫਿਰ ਇਹ ਕਬਰ ਐਡੀ ਉੱਚੀ ਕਿਉਂ ਬਣ ਗਈ, ਜਦੋਂ ਕਿਹੜੀਆਂ ਦੂਸਰੇ ਬੱਚਿਆਂ ਦੀਆਂ ਕਬਰਾਂ ਨੇ ਉਹ ਨਾਰਮਲ ਬਣੀਆਂ ਹੋਈਆਂ ਨੇ, ਛੋਟੀਆਂ ਛੋਟੀਆਂ। ਉਹਦਾ ਕਾਰਨ ਲੱਭਦੇ ਹਾਂ ਆਪਾਂ, ਆ ਦੇਖਦੇ ਹਾਂ। ਇਹ ਜਿਹੜਾ ਬੱਚਾ ਹੈ ਇਹ ਬੌਰਨ 4 ਜੁਲਾਈ ਨੂੰ ਹੋਇਆ, 4 ਜੁਲਾਈ 1846 ਨੂੰ, ਤੇ ਇਹਦੀ ਮੌਤ ਹੁੰਦੀ ਹੈ 14 ਅਗਸਤ 1847 ਨੂੰ। ਭਾਵ ਕਿ 1 ਸਾਲ 10 ਦਿਨਾਂ ਦੀ ਜਿਹੜੀ ਕਹਿ ਲਓ ਵੀ ਇਹਦੀ ਉਮਰ ਬਣਦੀ ਹੈ। ਪਰ ਫਿਰ ਇਹਦੀ ਕਬਰ ਇੰਨੀ ਉੱਚੀ ਕਿਉਂ ਬਣਾਈ ਗਈ, ਉਹ ਪਤਾ ਲੱਗਦਾ ਹੈਗਾ ਇਹ ਉੱਪਰ ਤੋਂ ਪੜ੍ਹਨ ਤੋਂ। ਦਾ ਮੈਮਰੀ ਆਫ ਜਾਰਜ ਸਨ ਆਫ ਸਰਜੈਂਟ ਵਿਲੀਅਮ ਐਲਸੌਪ, ਗਵਰਨਮੈਂਟ ਜਰਨਲ ਡਿਪਾਰਟਮੈਂਟ। ਭਾਵ ਕਿ ਇਹ ਕਿਸੇ ਅੰਗਰੇਜ਼ ਅਫਸਰ ਸੀ ਬਹੁਤ ਵੱਡਾ, ਕੋਈ ਜਰਨਲ ਸੀ, ਕੋਈ ਡਿਪਾਰਟਮੈਂਟ ਦਾ, ਕਿਸੇ ਡਿਪਾਰਟਮੈਂਟ ਦਾ, ਉਸ ਦੇ ਬੱਚੇ ਦੀ ਕਬਰ ਹੈ। ਤੋ ਇਸ ਕਰਕੇ ਬੱਚਾ ਭਾਵੇਂ 1 ਸਾਲ ਦਾ ਹੀ ਸੀ, ਪਰ ਕਿਉਂਕਿ ਅਫਸਰ ਦਾ ਬੱਚਾ ਸੀ, ਇਸ ਕਰਕੇ ਜਿਹੜੀ ਉਹਦੀ ਕਬਰ ਹੈ ਉਹ ਵੀ ਵੱਡੀ ਬਣਾਈ ਗਈ ਹੈ।
ਤੋ ਦਰਸ਼ਕੋ ਇਹ ਸਾਰੀ ਗੱਲ ਵੇਖਣ ਤੋਂ ਪਤਾ ਲੱਗਦਾ ਵੀ ਜਿਹੜੇ ਅੰਗਰੇਜ਼ ਸੀ ਉਹਨਾਂ 'ਚ ਭਾਵੇਂ ਜਾਤੀਵਾਦ ਤਾਂ ਨਹੀਂ ਸੀ, ਆਪਾਂ ਕਹਿੰਦੇ ਵੀ ਹਿੰਦੁਸਤਾਨ 'ਚ ਜਾਤੀਵਾਦ ਬਹੁਤ ਹੈ, ਪਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਉੱਚੇ ਅਹੁਦਿਆਂ ਦਾ ਹੰਕਾਰ ਕਹਿ ਲਓ ਜਾਂ ਉੱਚੇ ਅਹੁਦਿਆਂ ਦਾ ਮਾਣ ਜ਼ਰੂਰ ਸੀ। ਇਸ ਕਰਕੇ ਮਰਦਿਆਂ ਹੋਇਆਂ ਵੀ ਉਹਨਾਂ ਨੇ ਕਬਰਾਂ ਨੇ ਜਿਹੜੀਆਂ ਉਹ ਰੈਂਕ ਦੇ ਹਿਸਾਬ ਦੇ ਨਾਲ ਬਣਾਈਆਂ, ਵੀ ਵੱਡਾ ਅਫਸਰ ਹੈ, ਆਫੀਸਰ ਹੈ ਤੇ ਉਹਦੀ ਵੱਡੀ ਆਕਿਰਤੀ ਬਣੇਗੀ ਕਬਰ ਦੇ ਉੱਤੇ, ਜੇ ਕੋਈ ਛੋਟਾ ਹੈ ਤਾਂ ਉਹਦੀ ਛੋਟੀ ਆਕਿਰਤੀ ਬਣੇਗੀ। ਤਾਂ ਕਿਤੇ ਨਾ ਕਿਤੇ ਜਾਤ ਪਾਤ ਤੇ ਅੰਗਰੇਜ਼ਾਂ ਦੇ ਵਿੱਚ ਨਹੀਂ ਹੁੰਦੀ ਕਹਿ ਲਓ, ਪਰ ਕਿਤੇ ਨਾ ਕਿਤੇ ਉੱਚੇ ਅਹੁਦੇ ਦਾ ਜਿਹੜਾ ਹੰਕਾਰ ਜਾਂ ਉੱਚੇ ਅਹੁਦੇ ਦਾ ਮਾਣ ਹੈ ਜਿਹੜਾ ਉਹ ਉਹਨਾਂ ਦੇ ਵਿੱਚ ਹੁੰਦਾ ਹੈ। ਔਰ ਇਹ ਕਬਰਾਂ ਵੀ ਉਸੇ ਤਰੀਕੇ ਦੇ ਨਾਲ ਨੇ ਜਿਹੜੀਆਂ ਇਹ ਚਾਰੇ ਪਾਸੇ ਬਣਾਈਆਂ ਗਈਆਂ ਨੇ। ਆ ਤੁਸੀਂ ਦੇਖੋ ਇਧਰਲੇ ਪਾਸੇ ਵੀ ਬਣੀ ਹੋਈ ਇੱਕ, ਇਹਦੇ ਵਿੱਚ ਬਣੀਆਂ ਹੋਈਆਂ ਨੇ ਬਹੁਤ ਸਾਰੀਆਂ ਕਬਰਾਂ। ਸੋ ਦਰਸ਼ਕੋ ਹੁਣ ਗੱਲ ਕਰਦੇ ਹਾਂ ਇਹ ਜੋ ਗਿਰਜਾ ਘਰ, ਇਹਨੂੰ ਕੰਟੋਨਮੈਂਟ ਚਰਚ ਕਿਹਾ ਜਾਂਦਾ ਹੈ, ਇਹਦੀ ਗੱਲ ਆਪਾਂ ਕਰਦੇ ਹਾਂ। ਇਹ ਵੀ ਬਿਲਕੁਲ ਇਹ ਜਿਹੜੀਆਂ ਕਬਰਾਂ ਨੇ ਉਹਦੇ ਬਿਲਕੁਲ ਨਾਲ ਬਣਿਆ ਹੋਇਆ ਹੈ। ਦੱਸਣ ਵਾਲੇ ਦੱਸਦੇ ਨੇ ਵੀ ਇੱਥੇ ਇਹ ਇਕੱਲਾ ਕੇਵਲ ਇਹ ਹੁਣ ਨਿਸ਼ਾਨੀ ਬਚੀ ਹੈ, ਬਹੁਤ ਵੱਡਾ ਚਰਚ ਹੋਇਆ ਕਰਦਾ ਸੀ ਅੰਗਰੇਜ਼ਾਂ ਦਾ। ਬਾਅਦ ਵਿੱਚ ਅੰਗਰੇਜ਼ਾਂ ਨੇ ਆਪ ਹੀ ਆਪਣੇ ਹੱਥੀਂ ਬਣਾਇਆ ਤੇ ਆਪਣੇ ਹੱਥੀਂ ਹੀ ਜਿਹੜਾ ਸੀ ਉਹ ਢਾਹ ਦਿੱਤਾ। ਪੁਖਤਾ ਜਾਣਕਾਰੀ ਕੋਈ ਬਹੁਤੀ ਨਹੀਂ, ਪਰ ਜਿਹੜੇ ਇੱਥੇ ਆਉਣ ਜਾਣ ਵਾਲੇ ਲੋਕ ਨੇ ਜਾਂ ਜਿਹੜੇ ਇੱਥੋਂ ਦੇ ਇਤਿਹਾਸਕਾਰ ਨੇ ਕਰਨਾਲ ਦੇ, ਉਹ ਦੱਸਦੇ ਨੇ ਵੀ ਗਿਰਜਾ ਘਰ ਦੇ ਆਸੇ-ਪਾਸੇ ਜਦੋਂ 1843 ਦੇ ਵਿੱਚ ਮਲੇਰੀਆ ਫੈਲਦਾ ਤੇ ਚਾਰੇ ਪਾਸੇ ਜਿਹੜੀਆਂ ਕਬਰਾਂ ਨੇ ਉਹ ਕਬਰਾਂ ਹੀ ਕਬਰਾਂ ਹੋ ਜਾਂਦੀਆਂ ਨੇ। ਫਿਰ ਜਿਹੜੇ ਅੰਗਰੇਜ਼ ਸਨ ਉਹ ਕਿਤੇ ਨਾ ਕਿਤੇ ਕਰਾਮਾਤ ਨੂੰ, ਆਤਮਾ ਨੂੰ, ਭੂਤ ਪ੍ਰੇਤਾਂ ਨੂੰ ਮੰਨਦੇ ਨੇ। ਉਹਨਾਂ ਦਾ ਜਿਹੜਾ ਸਿਧਾਂਤ ਆ ਉਹ ਉਸ ਚੀਜ਼ ਦੇ ਉੱਤੇ ਖੜਾ ਹੋਇਆ। ਇਸ ਕਰਕੇ ਫਿਰ ਹੌਲੀ ਹੌਲੀ ਅੰਗਰੇਜ਼ ਸਨ ਜਿਹੜੇ ਇਸ ਚਰਚ ਗਿਰਜਾ ਘਰ ਵਿੱਚ ਆਉਣ ਤੋਂ ਡਰਨ ਲੱਗ ਪਏ। ਚਾਰੇ ਪਾਸੇ ਕਬਰਾਂ ਹੀ ਕਬਰਾਂ ਬਣੀਆਂ ਸੀ। ਅੱਜ ਭਾਵੇਂ ਸਮਾਂ ਹੋਰ ਹੈ ਹਨਾ, ਪਰ ਤੁਸੀਂ ਦੇਖੋ ਇਧਰਲੇ ਪਾਸੇ ਨੇ ਉਹ ਜਿਹੜੀਆਂ ਕਬਰਾਂ ਤੁਹਾਨੂੰ ਪਹਿਲਾਂ ਦਿਖਾਈਆਂ ਹੋਈਆਂ ਨੇ। ਸੋ ਇਹਦੇ ਦੂਜੇ ਪਾਸੇ ਵੀ, ਇਧਰਲੇ ਪਾਸੇ ਆਪਾਂ ਦੇਖੀਏ, ਆ ਤੁਸੀਂ ਦੀਵਾਰ ਦੇਖ ਰਹੇ ਹੋ ਤੇ ਇਹਦੇ ਪਰਲੇ ਪਾਸੇ ਵੀ ਕਬਰਸਤਾਨ ਹੈ। ਔਰ ਪਿਛਲੇ ਪਾਸੇ ਵੀ ਕਬਰਸਤਾਨ ਬਣਿਆ ਹੋਇਆ। ਤੋ ਇਸ ਕਰਕੇ ਇਹ ਫਿਰ ਜਿਹੜਾ ਗਿਰਜਾ ਘਰ ਸੀ ਉਹ ਅੰਗਰੇਜ਼ਾਂ ਦੇ ਵੱਲੋਂ ਖੁਦ ਹੀ ਢਾਹ ਦਿੱਤਾ ਗਿਆ। ਇਸ ਨੂੰ ਉਹ ਬਾਅਦ ਵਿੱਚ ਅਣਲੱਕੀ, ਇਹਨੂੰ ਅਸੀਂ ਕਹਿੰਦੇ ਆ, ਮੰਨਣ ਲੱਗ ਪਏ ਤੇ ਅੰਗਰੇਜ਼ਾਂ ਦੇ ਵੱਲੋਂ ਫਿਰ ਖੁਦ ਹੀ ਜਿਹੜਾ ਉਹ ਗਿਰਜਾ ਘਰ ਸੀ ਉਹ ਢਾਹ ਦਿੱਤਾ ਗਿਆ। ਪਰ ਇੱਕ ਨਿਸ਼ਾਨੀ ਦੇ ਵਜੋਂ ਫਿਰ ਜਿਹੜਾ ਇਹ ਚਬੂਤਰਾ ਕਹਿ ਲਓ ਆਪਾਂ, ਇਹ ਲਗਭਗ 4 ਮੰਜ਼ਿਲ ਹੈ। ਆ ਤੁਸੀਂ ਦੇਖੋ, ਆ ਇਹਦੀ ਪਹਿਲੀ ਮੰਜ਼ਿਲ ਹੈ, ਆ ਦੂਜੀ ਮੰਜ਼ਿਲ ਹੈ, ਆ ਤੀਜੀ ਮੰਜ਼ਿਲ ਤੇ ਆ ਚੌਥੀ ਥੱਲੇ ਮੰਜ਼ਿਲ ਹੈ। ਸੋ 4 ਮੰਜ਼ਿਲਾ ਬਣਿਆ ਹੋਇਆ। ਔਰ ਜੇ ਆਪਾਂ ਇਹਨੂੰ ਬਣਾਉਣ ਦੀ ਜਿਹੜੀ ਸ਼ੈਲੀ ਆ ਉਹਨੂੰ ਦੇਖੀਏ ਤੇ ਕਿਤੇ ਨਾ ਕਿਤੇ ਇਹ ਯੂਰਪੀਅਨ ਤੇ ਭਾਰਤੀ ਸ਼ੈਲੀ ਦਾ ਮਿਕਸਰ ਹੈ। ਇਹ ਤੁਸੀਂ ਉੱਪਰ ਤੋਂ ਦੇਖੋ, ਜਿਹੜੀਆਂ ਆ ਖਿੜਕੀਆਂ ਨੇ ਇਹ ਤਾਂ ਦੱਸਦੇ ਨੇ ਵੀ ਬਾਅਦ ਵਿੱਚ ਚਲਾਈਆਂ ਗਈਆਂ ਖਿੜਕੀਆਂ, ਪਹਿਲਾਂ ਇਹ ਖੁੱਲ੍ਹਾ ਹੀ ਹੁੰਦਾ ਸੀ। ਔਰ ਇਸ ਦੇ ਉੱਪਰ ਜਿਹੜੇ ਸੀ ਉਹ ਬੈਠ ਕੇ ਆਸੇ-ਪਾਸੇ ਨੂੰ ਦੇਖਿਆ ਜਾਂਦਾ ਸੀ। ਤੋ ਜਿਹੜੀ ਇਹ ਇਮਾਰਤ ਸਾਜੀ ਤੁਸੀਂ ਦੇਖੋ, ਇਹ ਬੜੀ ਸੋਹਣੀ ਬਣੀ ਹੋਈ ਹੈ। ਜਿਹੜੇ ਇਹਦੇ ਕਿਨਾਰੇ ਨੇ, ਕੰਨੀਆਂ ਨੇ, ਬੜੀ ਸੋਹਣੀ ਸ਼ੇਪ ਦੇ ਵਿੱਚ ਬਣਾਈਆਂ ਗਈਆਂ ਨੇ, ਘੜ ਕੇ ਬਣਾਈਆਂ ਗਈਆਂ ਨੇ ਪੱਥਰ ਦੇ ਨਾਲ। ਜੇਕਰ ਦੂਜੀ ਆਪਾਂ ਦੇਖੀਏ ਮੰਜ਼ਿਲ ਉੱਪਰ ਤੋਂ, ਜਿਹੜੀ ਦੂਸਰੀ ਮੰਜ਼ਿਲ ਥੱਲੇ ਨੂੰ ਆਪਾਂ ਆਉਣੇ ਆ, ਤੁਸੀਂ ਦੇਖੋ ਆਹ ਬੜੀ ਮਿਹਨਤ ਦੇ ਨਾਲ ਬਣਾਈਆਂ ਹੋਈਆਂ ਨੇ ਸਾਰੀਆਂ। ਇਹ ਸਾਰੀ ਇਹ ਭਾਰਤੀ ਸ਼ੈਲੀ ਨਹੀਂ ਆ ਇਹ ਇਮਾਰਤ ਸਾਜੀ ਦੀ, ਇਹ ਸਾਰੀ ਯੂਰਪੀਅਨ ਸ਼ੈਲੀ, ਜਿਹੜੀ ਅੰਗਰੇਜ਼ਾਂ ਦੀ ਸ਼ੈਲੀ ਸੀ ਕਹਿ ਲਓ, ਉਧਰਲੀ ਸ਼ੈਲੀ ਦੀ ਇਹ ਬਿਲਡਿੰਗ ਜ਼ਿਆਦਾਤਰ ਬਣੀ ਹੋਈ ਹੈ ਇਹ। ਔਰ ਅੱਜ ਵੀ ਬੜੀ ਖੂਬਸੂਰਤ, ਬੜੀ ਸੋਹਣੀ ਹੈ ਜਿਹੜੀ ਇਹ ਦਿਖ ਰਹੀ ਹੈ। ਔਰ ਕਿਸੇ ਤਰ੍ਹਾਂ ਦੇ ਨਾਲ ਵੀ ਕਿਤੇ ਤੋੜ ਫੋੜ ਨਹੀਂ ਹੋਈ, ਕਿਤੇ ਵੀ ਇਹ ਉੱਪਰ ਤੱਕ ਕਹਿ ਲਓ ਵੀ ਇਹ ਕਿਸੇ ਪਾਸੋਂ ਵੀ ਕਮਜ਼ੋਰ ਨਹੀਂ ਪਈ। ਅੱਜ ਵੀ ਬੜੀ ਸੋਹਣੀ ਇਹ ਦਿਖ ਰਹੀ ਹੈ, ਮਜ਼ਬੂਤ ਦਿਖ ਰਹੀ ਹੈ। ਜਦੋਂ ਕਿ ਇਸ ਨੂੰ ਇਹ ਕਹਿ ਲਓ ਵੀ 200 ਸਾਲ ਤੋਂ ਵੀ ਉੱਪਰ ਦਾ ਸਮਾਂ ਇਸ ਇਮਾਰਤ ਨੂੰ ਬਣਿਆ ਹੋਇਆ ਹੋ ਗਿਆ। ਇਹਦੇ ਨਾਲ ਦਾ ਗਿਰਜਾ ਘਰ ਟੁੱਟ ਚੁੱਕਿਆ ਹੈ, ਪਰ ਇਹ ਉਸੇ ਤਰ੍ਹਾਂ ਦੇ ਨਾਲ ਖੜੀ ਹੁੰਦੀ ਹੈ। ਜੇ ਕਿਤੇ ਅੰਗਰੇਜ਼
ਗਿਰਜਾ ਘਰ ਨੂੰ ਨਾ ਢਾਉਂਦੇ ਤੇ ਐਡਾ ਸੋਹਣਾ ਗਿਰਜਾ ਘਰ ਪੂਰੇ ਦਾ ਪੂਰਾ ਇੱਥੇ ਹੋਣਾ ਸੀ। ਲੱਗਦਾ ਵੀ ਬਹੁਤ ਵੱਡਾ ਹੋਏਗਾ। ਸੋ ਕਰਨਾਲ ਦੇ ਵਿੱਚ ਇਹ ਜਿਹੜਾ ਨੈਸ਼ਨਲ ਹਾਈਵੇ ਹੈ ਉਹਦੇ ਬਿਲਕੁਲ ਇਹ ਨਜ਼ਦੀਕ ਬਣਿਆ ਹੋਇਆ ਜੀ। ਇਹ ਜਦੋਂ ਵੀ ਕਦੇ ਕਰਨਾਲ ਆਓ, ਹਰਿਆਣੇ ਆਓ ਤਾਂ ਇਹਨੂੰ ਤੁਸੀਂ ਦੇਖ ਸਕਦੇ ਹੋ। ਸੋ ਦਰਸ਼ਕੋ, ਇਹ ਸੀ ਕਰਨਾਲ ਦੀ ਧਰਤੀ ਉੱਤੇ ਬਣਿਆ ਇਹ ਚਰਚ, ਕੰਟੇਨਮੈਂਟ ਚਰਚ, ਤੇ ਨਾਲ ਉਹਨਾਂ ਦੀਆਂ ਉਹ ਕਬਰਾਂ ਜਿਹੜੀਆਂ ਬੜੀਆਂ ਵਿਲੱਖਣ ਆਕ੍ਰਿਤੀ ਦੀਆਂ ਬਣੀਆਂ ਹੋਈਆਂ ਨੇ। ਸੋ ਤੁਹਾਨੂੰ ਸਾਡੀ ਇਹ ਰਿਪੋਰਟ ਕਿਵੇਂ ਲੱਗੀ? ਵਧੀਆ ਲੱਗੀ? ਸ਼ੇਅਰ ਕਰੋ, ਕਮੈਂਟ ਕਰੋ, ਔਰ ਸਾਨੂੰ ਇਦਾਂ ਦੀ ਹੋਰ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਮੈਂ ਸੁਖਬੀਰ ਸਿੰਘ ਚੈਣਾ, ਪੰਜਾਬ ਨਿਊਜ਼ ਲਈ ਕਰਨਾਲ ਤੋਂ। ਧੰਨਵਾਦ।